ਇੱਕ ਵਾਰੀ ਫੇਲ, ਦੋ ਵਾਰੀ ਫੇਲ, ਵਾਰੀ-ਵਾਰੀ ਅਸਫਲਤਾਵਾਂ ਹੀ ਹੱਥ ਲੱਗੀਆਂ। ਤਾਂ ਉਹਨੇ ਮੈਨੂੰ ਕਿਹਾ ਵੀ ਤਿਆਰੀ ਤਾਂ ਤੇਰੀ 3 ਸਾਲ ਹੋ ਗਏ, ਬਹੁਤ ਵਧੀਆ ਚੱਲੀ ਜਾਂਦੀ, ਬਣਦਾ ਤਾਂ ਤੇਰਾ ਕੁਛ ਹੈ ਨਹੀਂ। ਅੱਜ ਨਹੀਂ ਤਾਂ ਕੱਲ੍ਹ ਸਿਉਣੇ ਦਾ ਪਿਓ ਤੇਰਾ, ਤੂੰ ਵੀ ਲੋਕਾਂ ਦੇ ਕੱਛੇ ਹੀ ਹੈ, ਭਾਵੇਂ ਅੱਜ ਸਿਉਣ ਲੱਗ ਜਾ, ਭਾਵੇਂ ਕੱਲ੍ਹ ਸਿਉਣ ਲੱਗ ਜਾ। ਜਦੋਂ ਉੱਥੇ ਚੰਡੀਗੜ੍ਹ ਪਹੁੰਚਿਆ ਤਾਂ ਉੱਥੇ ਹੋਰ ਹੀ ਰੰਗ ਦੇਖੇ। ਉਹ ਕਹਿੰਦੇ ਵੀ ਮੈਨੂੰ ਤੁਹਾਡੇ ਤੇ ਸ਼ੱਕ ਹੈ, ਤੁਸੀਂ ਕਈ ਦਿਨ ਥੱਲੇ ਨਹੀਂ ਉਤਰਦੇ, ਸਾਰਾ ਦਿਨ ਕਮਰਾ ਬੰਦ ਰੱਖਦੇ ਹੋ, ਵੀ ਕਿਹੜਾ ਨਸ਼ਾ ਕਰਦੇ ਹੋ, ਤੁਸੀਂ ਪੰਜਾਬ ਤੋਂ ਆਏ ਹੋ। ਮੈਨੂੰ ਬਹੁਤ ਗੁੱਸਾ ਆਇਆ ਉਹ ਬੰਦੇ ਤੇ, ਮੇਰਾ ਦਿਲ ਕੀਤਾ ਮੈਂ ਮੂੰਹ ਤੋੜ ਦਿਆਂ ਇਹਦਾ। ਤਾਂ ਮੈਨੂੰ ਪਤਾ ਲੱਗਿਆ ਕਿ ਮੈਂ ਪੜ੍ਹਾਈ ਤਾਂ ਬਹੁਤ ਕੀਤੀ ਹੈ, ਪਰ ਸਫਲ ਨਾ ਹੋਣ ਦਾ ਇੱਕ ਕਾਰਨ ਕਿਤੇ ਨਾ ਕਿਤੇ ਇਹ ਹੈ। ਮੇਰੀ ਸੋਚ ਵੀ ਇਹ ਨਿਰਾਲੀ ਏ, ਜਿਹੜੀ ਜ਼ਹਿਨ 'ਚ ਬੈਠਾ ਪਾਲੀ ਏ, ਤੂੰ ਰਮਤੇ ਰਮਤੇ ਤੁਰਿਆ ਜਾ, ਐਡੀ ਵੀ ਕਾਹਦੀ ਕਾਹਲੀ ਏ। ਤੂੰ ਦੇਖ ਕੇ ਕਿਤਨਾ ਉੱਡ ਸਕਦਾ ਹੈ, ਅਸਮਾਨ ਤੇ ਸਾਰਾ ਹੀ ਖਾਲੀ ਏ। ਤੂੰ ਦੇਖ ਕੇ ਕਿਤਨਾ ਉੱਡ ਸਕਦਾ ਹੈ, ਅਸਮਾਨ ਤੇ ਸਾਰਾ ਹੀ ਖਾਲੀ ਏ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਨਿਸ਼ੂ ਕੰਬੋਜ, ਪੰਜਾਬ ਦੇ ਬਾਰਡਰ ਏਰੀਏ ਦੇ ਸ਼ਹਿਰ ਅਬੋਹਰ ਦਾ ਰਹਿਣ ਵਾਲਾ। ਪਿਛਲੇ ਸਾਲ ਪੰਜਾਬ ਸਰਕਾਰ ਨੇ ਗੌਰਮੈਂਟ ਜੋਬ ਲਈ ਜਿੰਨੇ ਵੀ ਐਗਜ਼ਾਮ ਲਏ, ਮੈਂ ਲਗਭਗ ਸਾਰੇ ਕਲੀਅਰ ਕੀਤੇ ਅਤੇ 7 ਨੌਕਰੀਆਂ ਦੇ ਵਿੱਚੋਂ ਮੈਂ ਆਪਣੇ ਲਈ ਇੱਕ ਜੋਬ ਸਿਲੈਕਟ ਕੀਤੀ। ਤਾਂ ਅੱਜ ਮੈਂ ਇੱਥੇ ਜੋਸ਼ ਟੋਕ 'ਤੇ ਆਇਆ ਆਪਣੀ ਕਹਾਣੀ ਦੱਸਣ ਲਈ ਕਿ ਮੈਂ ਕਿਸ ਤਰ੍ਹਾਂ ਤਿਆਰੀ ਦੀ ਸ਼ੁਰੂਆਤ ਕੀਤੀ, ਕਿਸ ਤਰ੍ਹਾਂ ਸਫਲਤਾ ਨੂੰ ਹਾਸਿਲ ਕੀਤਾ, ਤਾਂ ਕਿ ਮੇਰੇ ਨੌਜਵਾਨ ਸਾਥੀਆਂ ਨੂੰ ਵੀ ਇਸ ਤੋਂ ਕੋਈ ਡਾਇਰੈਕਸ਼ਨ ਮਿਲ ਸਕੇ। ਤਾਂ ਮੇਰੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਬਹੁਤ ਸਾਰੇ ਮਿਡਲ ਕਲਾਸ ਪਰਿਵਾਰਾਂ ਦੀ ਤਰ੍ਹਾਂ। ਮੈਂ ਵੀ +2 ਤੱਕ ਆਪਣੀ ਪੜ੍ਹਾਈ ਸਰਕਾਰੀ ਸਕੂਲ ਤੋਂ ਹਾਸਿਲ ਕੀਤੀ, ਪਰ ਇੱਥੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਮੈਂ ਇੱਕ ਨੋਰਮਲ ਸਟੂਡੈਂਟ ਹੀ ਸੀ। ਸਕੂਲ ਵਿੱਚ ਮੈਂ ਕਦੇ ਵੀ ਟੋਪ ਨਹੀਂ ਕੀਤਾ, ਮੈਂ ਇੱਕ ਐਵਰੇਜ ਸਟੂਡੈਂਟ ਹੀ ਸੀ। +2 ਤੱਕ ਦੀ ਪੜ੍ਹਾਈ ਕਿਵੇਂ ਵੀ ਪੂਰੀ ਕੀਤੀ, ਪਰ ਉਸ ਤੋਂ ਅੱਗੇ ਕੀ, ਸਾਡੇ ਪਰਿਵਾਰ ਵਿੱਚ ਜਾਂ ਖਾਨਦਾਨ ਵਿੱਚ ਇਸ ਤੋਂ ਅੱਗੇ ਕੋਈ ਪੜ੍ਹਦਾ ਨਹੀਂ ਸੀ। ਬਸ +2 ਕੀਤੀ ਅਤੇ ਆਪਣਾ ਕੰਮ ਸ਼ੁਰੂ ਕਰ ਦਿਓ। ਤਾਂ ਮੈਨੂੰ ਵੀ ਪਰਿਵਾਰ ਵਾਲਿਆਂ ਨੇ ਕਿਹਾ, ਜਿੱਦਾਂ ਮੇਰੇ ਪਿਤਾ ਜੀ ਟੇਲਰ ਦਾ ਕੰਮ ਕਰਦੇ ਹੈ, ਦਰਜੀ ਦਾ ਕੰਮ ਕਰਦੇ ਹੈ, ਤਾਂ ਮੈਨੂੰ ਵੀ ਪਰਿਵਾਰ ਵਾਲਿਆਂ ਨੇ ਕਿਹਾ ਵੀ ਤੂੰ ਵੀ ਇਹ ਕੰਮ ਸਿੱਖ ਲੈ ਅਤੇ ਅੱਗੇ ਸੌਖਾ ਰਹੇਗਾ। ਪਰ ਮੇਰੀ ਜਿੱਦ ਸੀ ਕਿ ਮੈਂ ਅੱਗੇ ਪੜ੍ਹਨਾ ਚਾਹੁੰਦਾ ਹੋਰ। ਤਾਂ ਫਿਰ ਮੇਰੇ ਵੱਡੇ ਭਰਾ ਵਿਜੇ ਕੰਬੋਜ ਨੇ ਮੇਰੀ ਸਪੋਰਟ ਕੀਤੀ ਕਿ ਕੰਮ ਮੈਂ ਕਰ ਲਾਂਗਾ, ਤੂੰ ਆਪਣੀ ਪੜ੍ਹਾਈ ਜੋ ਵੀ ਅੱਗੇ ਜਾਰੀ ਰੱਖਣੀ ਚਾਹੁੰਦਾ ਕਰ ਸਕਦਾ ਹੈ। ਤਾਂ ਫਿਰ ਫਾਈਨੈਂਸ਼ੀਅਲ ਦਿੱਕਤਾਂ ਦੇ ਬਾਵਜੂਦ ਵੀ ਪਰਿਵਾਰ ਨੇ ਮੇਰੀ ਪੜ੍ਹਾਈ ਪੂਰੀ ਕਰਾਈ। ਮੈਂ ਗ੍ਰੈਜੂਏਸ਼ਨ ਕੀਤੀ, ਉਸ ਤੋਂ ਬਾਅਦ B.Ed ਕੀਤੀ। ਹੁਣ ਸਾਰੀ ਕਾਲਜ ਦੀ ਪੜ੍ਹਾਈ ਵੀ ਕੰਪਲੀਟ ਹੋ ਗਈ। ਹੁਣ ਕਾਲਜ ਦੀ ਪੜ੍ਹਾਈ ਕੰਪਲੀਟ ਕਰਨ ਤੋਂ ਬਾਅਦ ਪੰਜਾਬੀ ਪਰਿਵਾਰਾਂ ਕੋਲ 2 ਹੀ ਆਪਸ਼ਨਾਂ ਹੁੰਦੀਆਂ, ਜਾਂ ਤਾਂ ਆਇਲਜ਼ ਕਰਕੇ ਬਾਹਰ ਜਹਾਜ਼ੇ ਚੜ੍ਹ ਜਾਓ, ਜਾਂ ਫਿਰ ਇੱਥੇ ਆਪਣਾ ਕੋਈ ਛੋਟਾ ਮੋਟਾ ਕੰਮ ਸ਼ੁਰੂ ਕਰ ਲਓ। ਪਰ ਜਹਾਜ਼ੇ ਚੜ੍ਹਨ ਜੋਗੇ ਆਪਣੇ ਕੋਲ ਪੈਸੇ ਨਹੀਂ ਸੀ ਅਤੇ ਇੱਥੇ ਮੈਂ ਕੰਮ ਕਰਨਾ ਨਹੀਂ ਚਾਹੁੰਦਾ ਸੀ। ਇੱਕ ਮੈਂ ਤੀਜੀ ਆਪਸ਼ਨ ਆਪਣੇ ਲਈ ਲੱਭੀ ਕਿ ਗੌਰਮੈਂਟ ਜੋਬ। ਜੇਕਰ ਮਿਡਲ ਕਲਾਸ ਪਰਿਵਾਰਾਂ ਨੇ ਆਪਣੀ ਆਰਥਿਕ ਸਥਿਤੀ ਵਿੱਚ ਸੁਧਾਰ ਕਰਨਾ ਹੋਵੇ ਤਾਂ ਗੌਰਮੈਂਟ ਜੋਬ ਵੀ ਇੱਕ ਬਹੁਤ ਵੱਡਾ ਜ਼ਰੀਆ ਹੁੰਦਾ ਉਹਨਾਂ ਲਈ। ਤਾਂ ਪਰਿਵਾਰ ਵਾਲਿਆਂ ਨੇ ਕਿਹਾ ਵੀ ਤੂੰ ਆਪਣੀ ਪੜ੍ਹਾਈ ਪੂਰੀ ਕਰ ਲਈ ਹੈ, ਹੁਣ ਇੱਥੇ ਕੋਈ ਛੋਟੀ ਮੋਟੀ ਪ੍ਰਾਈਵੇਟ ਜੋਬ ਦੇਖ ਲੈ ਤਾਂ ਤੈਨੂੰ ਮਿਲ ਜਾਏਗੀ, ਤਾਂ ਉਹਦੇ ਨਾਲ ਪਰਿਵਾਰ ਦਾ ਗੁਜ਼ਾਰਾ ਵੀ ਚੱਲਣ ਲੱਗ ਜਾਏਗਾ। ਪਰ ਮੈਂ ਜਿੱਦ ਕੀਤੀ ਕਿ ਮੈਂ UPSC ਦੀ ਤਿਆਰੀ ਕਰਨੀ ਹੈ। ਤਾਂ ਆਪਣੀ ਜਿੱਦ ਨੂੰ ਪੂਰਾ ਕਰਨ ਲਈ ਮੈਂ ਅਬੋਹਰ ਵਿੱਚ ਪਹਿਲਾਂ ਲੋਕਲ ਇੰਸਟੀਚਿਊਟ ਦੇਖੇ, ਅਲੱਗ-ਅਲੱਗ ਜਗ੍ਹਾ 'ਤੇ ਕਿਹਾ, ਪਰ ਮਨ ਨੂੰ ਸੰਤੁਸ਼ਟੀ ਨਹੀਂ ਮਿਲੀ। ਫਿਰ ਜਿੱਦਾਂ ਕਿਸੇ ਨੇ ਦੱਸਿਆ ਵੀ ਜੇ ਤੂੰ UPSC ਦੀ ਤਿਆਰੀ ਕਰਨੀ, ਜਾਂ ਤਾਂ ਤੈਨੂੰ ਦਿੱਲੀ ਦੇ ਮੁਖਰਜੀ ਨਗਰ ਤੱਕ ਜਾਣਾ ਪਏਗਾ, ਨਹੀਂ ਤਾਂ ਘੱਟੋ ਘੱਟ ਚੰਡੀਗੜ੍ਹ ਤਾਂ ਜਾਣਾ ਹੀ ਪਏਗਾ। ਤਾਂ ਮੈਂ ਵੀ ਸੋਚਿਆ ਵੀ ਚੰਡੀਗੜ੍ਹ ਕਿਹੜਾ ਦੂਰ ਹੈ, ਜਦੋਂ UPSC ਦੀ ਤਿਆਰੀ ਕਰਨੀ ਹੈ। ਤਾਂ ਮੈਂ ਆਪਣਾ ਸਮਾਨ ਚੱਕਿਆ ਅਤੇ ਪਹੁੰਚ ਗਿਆ ਚੰਡੀਗੜ੍ਹ। ਪਰ ਜਿੱਦਾਂ ਕਿ ਅਸੀਂ ਛੋਟੇ ਸ਼ਹਿਰਾਂ ਵਿੱਚ ਆਉਂਦੇ ਹਾਂ, ਤਾਂ ਜਦੋਂ ਉੱਥੇ ਚੰਡੀਗੜ੍ਹ ਪਹੁੰਚਿਆ ਤਾਂ ਉੱਥੇ ਹੋਰ ਹੀ ਰੰਗ ਦੇਖੇ। ਉੱਥੇ ਮੁੰਡੇ ਤੱਕ ਹੀ, ਕੁੜੀਆਂ ਵੀ ਆਪਣੀਆਂ ਪਰਸਨਲ ਗੱਡੀਆਂ ਵਿੱਚ ਆਉਂਦੀਆਂ ਸੀ ਇਕੱਲੀ। ਤਾਂ ਚੰਡੀਗੜ੍ਹ ਨੋ ਡਾਊਟ ਬਹੁਤ ਸੋਹਣਾ ਸ਼ਹਿਰ ਹੈ, ਪਰ ਸਿਰਫ ਉਹਨਾਂ ਲੋਕਾਂ ਲਈ ਜਿਨ੍ਹਾਂ ਦੀ ਜੇਬ ਵਿੱਚ ਪੈਸੇ ਹੋਣ। ਜਦੋਂ ਉੱਥੋਂ ਦੇ ਕੋਚਿੰਗ ਸੈਂਟਰਾਂ ਦੀ ਫੀਸ ਪੁੱਛੀ ਤਾਂ ਆਪਣੇ ਵਿੱਤੋਂ ਬਾਹਰ ਦੀ ਗੱਲ ਲੱਗੀ ਵੀ ਨਹੀਂ, ਇੰਨੀ ਆਪਣੇ ਤੋਂ ਭਰੀ ਨਹੀਂ ਜਾਣੀ। ਤਾਂ ਫਿਰ ਜਿੱਦਾਂ ਮੱਛੀ ਪੱਥਰਾਂ ਨੂੰ ਚੱਟ ਕੇ ਵਾਪਸ ਮੁੜ ਆਉਂਦੀ ਹੈ, ਅਸੀਂ ਵੀ ਚੰਡੀਗੜ੍ਹ ਨੂੰ ਹੱਥ ਲਾ ਕੇ ਵਾਪਸ ਮੁੜ ਆਏ। ਪਰ ਮਨ ਵਿੱਚ ਇੱਕ ਕਸਕ ਰਹੀ ਕਿਤੇ ਨਾ ਕਿਤੇ ਵੀ ਤਿਆਰੀ ਤਾਂ ਕਰਨੀ ਹੈ। ਘਰੇ ਆਏ, ਆਪਣੇ ਲੈਵਲ 'ਤੇ ਤਿਆਰੀ ਸ਼ੁਰੂ ਕੀਤੀ, ਅਲੱਗ-ਅਲੱਗ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ, ਪਰ ਕਿਸੇ ਗਾਈਡੈਂਸ ਦੀ ਜ਼ਰੂਰਤ ਫਿਰ ਵੀ ਸੀ। ਤਾਂ ਇੱਕ ਦਿਨ ਇੱਦਾਂ ਮੈਂ ਨਿਊਜ਼ਪੇਪਰ ਪੜ੍ਹੀ ਜਾਂਦਾ ਸੀ, ਉਹਦੇ ਵਿੱਚ ਇੱਕ ਅਜਿਹੀ ਅਕੈਡਮੀ ਬਾਰੇ ਪਤਾ ਲੱਗਿਆ ਜੋ ਕਿ ਰਾਜਸਥਾਨ ਦੇ ਸੂਰਤਗੜ੍ਹ ਸ਼ਹਿਰ ਵਿੱਚ ਸੀ, ਜੋ ਕਿ ਸਿਰਫ 250 ਰੁਪਏ ਵਿੱਚ UPSC ਦੀ ਤਿਆਰੀ ਕਰਵਾਉਂਦੀ ਸੀ। ਅਤੇ ਸਿਰਫ ਤਿਆਰੀ ਹੀ ਨਹੀਂ ਕਰਵਾਉਂਦੀ ਸੀ, ਉਸ ਸਾਲ ਉਹਨਾਂ ਦੀ ਨਿਊਜ਼ ਛਪੀ ਸੀ ਕਿ ਉਸ ਇੱਕ ਅਕੈਡਮੀ ਦੇ ਵਿੱਚੋਂ 54 RS ਆਫਿਸਰ ਸਿਲੈਕਟ ਹੋਏ ਸੀ। ਤਾਂ ਮੈਨੂੰ ਇੱਕ ਉਮੀਦ ਦੀ ਕਿਰਨ ਲੱਗੀ ਆਪਣੇ ਲਈ। ਤਾਂ ਫਿਰ ਉਹਦੇ ਬਾਰੇ ਮੈਂ ਹੋਰ ਰਿਸਰਚ ਕੀਤਾ, ਤਾਂ ਫਿਰ ਮੈਂ ਪੱਕਾ ਮਨ ਬਣਾ ਲਿਆ ਕਿ ਮੈਂ ਜਾਣਾ ਸੂਰਤਗੜ੍ਹ ਹੀ ਹੈ, ਉੱਥੇ ਹੀ ਤਿਆਰੀ ਕਰਨੀ ਹੈ। ਘਰ ਵਾਲਿਆਂ ਤੋਂ ਇਜਾਜ਼ਤ ਲੈ ਕੇ ਕਿਸੇ ਤਰ੍ਹਾਂ ਮੈਂ ਸੂਰਤਗੜ੍ਹ ਚੱਲ ਪਿਆ ਇਕੱਲਾ ਹੀ। ਉੱਥੇ ਜਾ ਕੇ ਮੈਂ ਆਪਣੀ ਤਿਆਰੀ ਦੀ ਸ਼ੁਰੂਆਤ ਕੀਤੀ। ਸ਼ੁਰੂ ਤੋਂ ਕਈ ਦਿੱਕਤਾਂ ਆਈਆਂ, ਫਿਰ ਹੌਲੀ ਮਾਹੌਲ ਬਣਦਾ ਗਿਆ।
ਮੇਰਾ ਜੋ ਰੂਮ ਪਾਰਟਨਰ ਸੀ ਜਿਹਦੇ ਨਾਲ ਮੈਂ ਰਹਿੰਦਾ ਸੀ 2 ਕੁ ਮਹੀਨੇ ਰਿਹਾ, ਉਹ ਕਾਫੀ ਲੰਬੇ ਸਮੇਂ ਤੋਂ ਪਹਿਲਾਂ ਤਿਆਰੀ ਕਰ ਰਿਹਾ ਸੀ। ਉਹਦਾ ਆਰਐਸ ਵਿੱਚ ਸਿਲੈਕਸ਼ਨ ਹੋ ਗਿਆ, ਐਸਡੀਐਮ ਬਣ ਗਿਆ ਉਹ। ਤਾਂ ਉਸ ਤੋਂ ਬਾਅਦ ਮੈਨੂੰ ਵੀ ਬਹੁਤ ਹੋਪ ਮਿਲੀ ਕਿ ਜੇ ਉਹ ਕਰ ਸਕਦਾ ਤਾਂ ਮੈਂ ਵੀ ਜ਼ਰੂਰ ਕਰ ਸਕਦਾ। ਪਰ ਜਿੱਦਾਂ ਹੀ ਸਮਾਂ ਬੀਤਦਾ ਗਿਆ, ਅਲੱਗ-ਅਲੱਗ ਐਗਜ਼ਾਮ ਦਿੱਤੇ, ਇੱਕ ਵਾਰੀ ਫੇਲ, 2 ਵਾਰੀ ਫੇਲ, ਵਾਰੀ-ਵਾਰੀ ਅਸਫਲਤਾਵਾਂ ਹੀ ਹੱਥ ਲੱਗੀਆਂ। ਕਈ ਵਾਰੀ ਫਿਰ ਆਪਣੇ ਹੌਸਲਾ ਡਾਊਨ ਹੋਣ ਲੱਗ ਗਿਆ, ਆਪਣੇ ਆਪ 'ਤੇ ਵੀ ਡਾਊਟ ਹੋਣਾ ਕਿ ਸ਼ਾਇਦ ਤੇਰੇ ਤੋਂ ਨਹੀਂ ਹੋਣਾ, ਤੈਨੂੰ ਪਿੰਡ ਜਾ ਕੇ ਛੋਟਾ-ਮੋਟਾ ਕੰਮ ਕਰ ਲੈਣਾ ਚਾਹੀਦਾ ਹੈ। ਪਰ ਫਿਰ ਵੀ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਹੌਸਲਾ ਬਣਾ ਕੇ ਰੱਖਣਾ ਕਿ ਨਹੀਂ, ਜ਼ਿੰਦਗੀ ਇੱਕ ਵਾਰੀ ਮਿਲਦੀ ਹੈ ਅਤੇ ਇਸ ਵਾਰੀ ਕੁਛ ਵੀ ਹੋਵੇ ਕਰਕੇ ਦਿਖਾਉਣਾ ਹੈ। ਕਈ ਵਾਰੀ ਮੈਂ ਬਹੁਤ ਉਦਾਸ ਹੋ ਜਾਂਦਾ ਤਾਂ ਉੱਥੇ ਰਾਜਸਥਾਨ ਜੋ ਸੂਰਤਗੜ੍ਹ ਸ਼ਹਿਰ ਵਿੱਚ ਰਹਿੰਦਾ ਸੀ ਮੈਂ, ਉਹਦੇ ਆਲੇ ਦੁਆਲੇ ਸਾਰਾ ਰੇਗਿਸਤਾਨ ਹੀ ਸੀ, ਟਿੱਬੇ ਹੀ ਟਿੱਬੇ ਸੀ। ਅਤੇ ਜਦੋਂ ਬਹੁਤ ਉਦਾਸ ਹੋ ਜਾਣਾ ਤਾਂ ਇਕੱਲੇ ਨਹੀਂ ਉਹ ਮਾਰੂਥਲ ਵਿੱਚ ਜਾ ਕੇ ਬੈਠ ਜਾਣਾ, ਕਈ ਘੰਟੇ ਮੈਂ ਬੈਠਾ ਰਹਿਣਾ ਉੱਥੇ। ਅਤੇ ਆਪਣੇ ਦੋਸਤ ਵਰਿੰਦਰ ਔਲਖ ਦੀ ਇੱਕ ਨਜ਼ਮ ਹੈ ਜੋ ਮੈਨੂੰ ਬਹੁਤ ਪਸੰਦ ਆ, ਉੱਥੇ ਬੈਠ ਕੇ ਮੈਂ ਬੋਲਦਾ, ਉਹਦੇ ਨਾਲ ਮੇਰੇ ਮਨ ਨੂੰ ਬੜੀ ਤਸੱਲੀ ਮਿਲਦੀ। ਉਹ ਇੱਦਾਂ ਹੈ ਕਿ ਇਹ ਬੰਜਰ ਜ਼ਮੀਨੇ ਕੁਝ ਹੋਰ ਨੇ ਮਹੀਨੇ, ਤੂੰ ਦੇਖੀ ਕਿ ਇੱਕ ਦਿਨ ਬਹਾਰ ਆਊਗੀ। ਫੁੱਲਾਂ ਨੇ ਆ ਕੇ ਤੇਰੀ ਹਿੱਕ 'ਤੇ ਡੇਰਾ ਲਾਉਣਾ, ਕੋਇਲਾਂ ਨੇ ਕੋਲ ਬਹਿ ਕੇ ਤੈਨੂੰ ਗੀਤ ਕੋਈ ਸੁਣਾਉਣਾ, ਤੈਨੂੰ ਚੋਗਾ ਪਾਉਣ ਲਈ ਇੱਕ ਡਾਰ ਆਊਗੀ। ਇਹ ਬੰਜਰ ਜ਼ਮੀਨੇ ਕੁਝ ਹੋਰ ਨੇ ਮਹੀਨੇ, ਤੂੰ ਦੇਖੀ ਕਿ ਇੱਕ ਦਿਨ ਬਹਾਰ ਆਊਗੀ। ਇਸ ਤਰ੍ਹਾਂ ਮੈਂ ਆਪਣਾ ਹੌਸਲਾ ਬਣਾਈ ਰੱਖਦਾ ਅਤੇ ਆਪਣੀ ਤਿਆਰੀ ਲਗਾਤਾਰ ਜਾਰੀ ਰੱਖੀ। ਜਦੋਂ ਤਿਆਰੀ ਕਰਦਾ ਸੀ ਤਾਂ ਵਿੱਚ 1 ਮਹੀਨੇ ਬਾਅਦ, 2 ਮਹੀਨੇ ਬਾਅਦ ਮੈਂ ਆਪਣੇ ਪਿੰਡ ਆਉਂਦਾ ਸੀ। ਤਾਂ ਪਿੰਡ ਵਿੱਚ ਉੱਥੇ ਜਦੋਂ ਤਿਆਰੀ ਕਰਦੇ ਸੀ ਉੱਥੇ ਤਾਂ ਮਾਹੌਲ ਇੱਦਾਂ ਦਾ ਸੀ ਕਿ ਉੱਥੇ ਮਹਿਸੂਸ ਨਹੀਂ ਹੁੰਦਾ ਸੀ। ਜਦੋਂ ਪਿੰਡ ਆਉਂਦੇ ਸੀ ਲੋਕਾਂ ਨੇ ਸਵਾਲ ਪੁੱਛਣੇ, ਤੇਰਾ ਸਿਲੈਕਸ਼ਨ ਕਿਉਂ ਨਹੀਂ ਹੋਇਆ, ਕੀ ਚੱਕਰ ਹੈ, ਕਰਦੇ ਕੀ ਹੋ ਉੱਥੇ। ਅਤੇ ਇਸ ਤਰ੍ਹਾਂ ਇੱਕ ਇਹੋ ਜਿਹਾ ਇੰਸੀਡੈਂਟ ਹੈ, ਮੈਂ ਆਪਣੇ ਡੈਡੀ ਜੀ ਨਾਲ ਖੇਤ ਵਿੱਚ ਨਰਮੇ ਦੀਆਂ ਲੱਕੜਾਂ ਵੱਢ ਰਹੇ ਸੀ ਅਸੀਂ, ਬਾਲਣ ਲਈ ਨਰਮੇ ਦੀਆਂ ਲੱਕੜਾਂ ਵੱਢ ਰਹੇ ਸੀ। ਤਾਂ ਮੇਰੇ ਡੈਡੀ ਦਾ ਇੱਕ ਜਾਣਕਾਰ ਬੰਦਾ ਸਾਡੇ ਕੋਲ ਆ ਕੇ ਬੈਠ ਗਿਆ। ਉਹਨੇ ਮੈਨੂੰ ਸਹਿਜ ਸੁਭਾਈ ਇੱਦਾਂ ਪੁੱਛਿਆ ਕਿ ਹਾਂ ਵੀ ਕਾਕਾ ਕੀ ਕਰਦਾ ਹੁਣ। ਮੈਂ ਉੱਤਰ ਦਿੱਤਾ ਕਿ ਅੰਕਲ ਜੀ ਮੈਂ ਹਾਲੇ ਪੜ੍ਹਾਈ ਕਰਦਾ। ਤਾਂ ਉਹ ਹੱਸਣ ਲੱਗਿਆ। ਮੇਰੇ ਡੈਡੀ ਜੀ ਨੂੰ ਕਹਿਣ ਲੱਗਾ ਵੀ ਕਿਉਂ ਪੈਸੇ ਗੁੱਲ ਕਰਦੇ ਹੋ ਇਹਦੇ, ਤੈਨੂੰ ਕੋਈ ਛੋਟਾ ਮੋਟਾ ਕੰਮ ਸਿਖਾਓ ਤਾਂ ਕੋਈ 4 ਪੈਸੇ ਲਿਆਊਗਾ ਘਰੇ। ਤਾਂ ਉਹਦੇ ਇਹ ਬੋਲ ਮੈਨੂੰ ਹਾਲੇ ਤੱਕ ਵੀ ਯਾਦ ਆ। ਉਹਨੇ ਜਿੱਦਾਂ ਬੋਲਿਆ ਸੀ ਕਿ ਕਾਵਾਂ ਦੇ ਪੁੱਤ ਕਦੇ ਮੋਰ ਨਹੀਂ ਬਣ ਸਕਦੇ, ਕਾਵਾਂ ਦੇ ਪੁੱਤਰਾਂ ਨੇ ਵੱਡੇ ਹੋ ਕੇ ਕਾਂ ਕਾਂ ਹੀ ਕਰਨੀ ਹੈ। ਮੈਨੂੰ ਬਹੁਤ ਉਹ ਮਨ 'ਤੇ ਲੱਗੀ ਗੱਲ, ਪਰ ਫਿਰ ਵੀ ਮੈਂ ਕਿਸੇ ਤਰ੍ਹਾਂ ਆਪਣਾ ਗੁੱਸਾ ਕੰਟਰੋਲ ਕੀਤਾ, ਉਹਨੂੰ ਕੋਈ ਜਵਾਬ ਨਹੀਂ ਦਿੱਤਾ। ਇੱਕ ਇਸ ਤਰ੍ਹਾਂ ਦਾ ਹੋਰ ਇੰਸੀਡੈਂਟ ਹੈ ਕਿ ਪਿੰਡ ਵਿੱਚ ਟੇਲਰ ਦੇ ਨਾਲ ਸਾਡੀ ਕਰਿਆਨੇ ਦੀ ਵੀ ਦੁਕਾਨ ਆ। ਮੈਂ ਪਿੰਡ ਜਾਂਦਾ ਤਾਂ ਇੱਕ ਵਾਰੀ ਮੈਂ ਦੁਕਾਨ 'ਤੇ ਬੈਠਾ ਸੀ। ਇੱਕ ਮੇਰਾ ਪੁਰਾਣਾ ਜਾਣਕਾਰ ਬੰਦਾ ਆਇਆ, ਉਹਨੇ ਮੈਨੂੰ ਇਹਦਾ ਮਜ਼ਾਕੀਆ ਜਿਹੇ ਲਹਿਜੇ ਵਿੱਚ ਪੁੱਛਿਆ, ਹਾਂ ਵੀ ਕਲੈਕਟਰਾਂ ਕਿਵੇਂ ਚੱਲਦੀ ਹੈ ਤੇਰੀ ਤਿਆਰੀ। ਲੋਕਾਂ ਨੂੰ ਪਤਾ ਸੀ UPSC ਦੀ ਤਿਆਰੀ ਕਰਦਾ, ਤਾਂ ਕਲੈਕਟਰ ਕਹਿ ਕੇ ਮੈਨੂੰ ਇੱਦਾਂ ਚੜਾਉਣ ਦੀ ਕੋਸ਼ਿਸ਼ ਕਰਦੇ ਸੀ। ਉਹਨੇ ਮੈਨੂੰ ਆ ਕੇ ਪੁੱਛਿਆ ਵੀ ਹਾਂ ਵੀ ਕਲੈਕਟਰਾਂ ਕਿਵੇਂ ਚੱਲਦੀ ਹੈ ਤੇਰੀ ਤਿਆਰੀ। ਮੈਂ ਕਿਹਾ ਬਹੁਤ ਵਧੀਆ ਚੱਲਦੀ ਵੀਰੇ ਤਿਆਰੀ ਤਾਂ ਉਹਨੇ ਮੈਨੂੰ ਕਿਹਾ ਵੀ ਤਿਆਰੀ ਤਾਂ ਤੇਰੀ 3 ਸਾਲ ਹੋ ਗਏ ਬਹੁਤ ਵਧੀਆ ਚੱਲੀ ਜਾਂਦੀ, ਬਣਦਾ ਤਾਂ ਤੇਰਾ ਕੁਛ ਹੈ ਨਹੀਂ। ਕਹਿੰਦਾ ਅੱਜ ਨਹੀਂ ਤਾਂ ਕੱਲ੍ਹ ਸਿਉਣੇ ਦਾ ਪਿਓ ਤੇਰਾ, ਤੂੰ ਵੀ ਲੋਕਾਂ ਦੇ ਕੱਛੇ ਹੀ ਹੈ, ਭਾਵੇਂ ਅੱਜ ਸਿਉਣ ਲੱਗ ਜਾ ਭਾਵੇਂ ਕੱਲ੍ਹ ਸਿਉਣ ਲੱਗ ਜਾ। ਮੈਨੂੰ ਬਹੁਤ ਗੁੱਸਾ ਆਇਆ ਉਹ ਬੰਦੇ 'ਤੇ, ਮੇਰਾ ਦਿਲ ਕੀਤਾ ਮੈਂ ਮੂੰਹ ਤੋੜ ਦਿਆਂ ਇਹਦਾ, ਪਰ ਫਿਰ ਵੀ ਮੈਂ ਉਹਨੂੰ ਬੋਲ ਕੇ ਜਵਾਬ ਨਹੀਂ ਦਿੱਤਾ। ਅਸੀਂ ਤਾਂ ਚੁੱਪਾਂ ਇਸ ਲਈ ਵੱਟੀਆਂ, ਵਿਗੜੇ ਖੇਡ ਨਾ ਬਾਬਾ ਜੀ, ਦੁਸ਼ਮਣ ਕਮਲਾ ਸਮਝ ਰਿਹਾ ਏ ਜ਼ੋਰ ਨਹੀਂ ਹੈ ਬਾਹਾਂ ਵਿੱਚ। ਮੈਂ ਕਿਸੇ ਨੂੰ ਵੀ ਬੋਲ ਕੇ ਜਵਾਬ ਨਹੀਂ ਦੇਣਾ ਚਾਹੁੰਦਾ ਸੀ, ਕਿਉਂਕਿ ਮੈਂ ਜਵਾਬ ਆਪਣੀ ਮਿਹਨਤ ਨਾਲ ਦੇਣਾ ਚਾਹੁੰਦਾ ਸੀ। ਉਹ ਕਹਿੰਦੇ ਆ ਜਿੱਦਾਂ ਕਿ ਲੋਕ ਤੁਹਾਡੇ 'ਤੇ ਪੱਥਰ ਵੀ ਮਾਰਨ ਤਾਂ ਵਾਪਸ ਉਹਨਾਂ ਨੂੰ ਪੱਥਰ ਨਾ ਮਾਰੋ, ਸਗੋਂ ਉਹਨਾਂ ਪੱਥਰਾਂ ਨੂੰ ਇਕੱਠਾ ਕਰਕੇ ਆਪਣੇ ਲਈ ਇੱਕ ਮਹਿਲ ਤਿਆਰ ਕਰੋ। ਸੋ ਮੈਂ ਇੱਦਾਂ ਲੋਕਾਂ ਦੇ ਤਾਨਿਆਂ 'ਤੇ ਜ਼ਿਆਦਾ ਧਿਆਨ ਨਹੀਂ ਦਿੱਤਾ, ਆਪਣੀ ਮਿਹਨਤ ਲਗਾਤਾਰ ਜਾਰੀ ਰੱਖੀ। ਇਸ ਦੇ ਵਿਚਕਾਰ ਹੀ ਕਰੋਨਾ ਆ ਜਾਂਦਾ ਤਾਂ ਮੈਨੂੰ ਤਿਆਰੀ ਛੱਡ ਕੇ ਘਰੇ ਆਉਣਾ ਪਿਆ। ਸੂਰਤਗੜ੍ਹ ਛੱਡ ਕੇ ਘਰੇ ਆ ਗਏ, 1 ਸਾਲ ਤੱਕ ਘਰੇ ਰਹੇ। ਲੋਕਡਾਊਨ ਲੱਗਿਆ ਹੋਇਆ ਸੀ, ਬਾਹਰ ਜਾ ਨਹੀਂ ਸਕਦੇ ਸੀ। ਆਪਣੇ ਲੈਵਲ 'ਤੇ ਤਿਆਰੀ ਰੱਖੀ ਥੋੜ੍ਹੀ ਬਹੁਤ ਜਾਰੀ। ਤਾਂ ਫਿਰ ਜਿੱਦਾਂ ਹੀ ਕਰੋਨਾ ਕਾਲ ਖਤਮ ਹੁੰਦਾ ਤਾਂ ਪੰਜਾਬ ਵਿੱਚ ਇਲੈਕਸ਼ਨ ਨੇੜੇ ਆ ਜਾਂਦੇ ਆ, ਅਤੇ ਜਿੱਦਾਂ ਹੀ ਇਲੈਕਸ਼ਨ ਆਉਂਦੇ ਬਹੁਤ ਸਾਰੀਆਂ ਭਰਤੀਆਂ ਨਿਕਲਦੀਆਂ ਪੰਜਾਬ ਵਿੱਚ। ਤਾਂ ਮੈਨੂੰ ਇੱਕ ਹੋਪ ਮਿਲੀ ਕਿ ਨਹੀਂ ਇਸ ਵਾਰੀ ਤਾਂ ਜ਼ਰੂਰ ਹੀ ਹੋ ਜਾਏਗਾ। ਤਾਂ ਮੈਂ ਘਰਦਿਆਂ ਤੋਂ ਇੱਕ ਵਾਰੀ ਆਖਰੀ ਵਾਰ ਇਜਾਜ਼ਤ ਲਈ, ਪਰ ਉਹਨਾਂ ਨੇ ਕਿਹਾ ਨਹੀਂ ਐਤਕੀ ਇੰਨੀ ਦੂਰ ਨਹੀਂ ਜਾਣਾ, ਸੂਰਤਗੜ੍ਹ ਕਿੱਥੇ, ਇੰਨੇ ਪੈਸੇ ਪਹਿਲਾਂ ਵੀ ਗੁੱਲ ਹੋ ਗਏ, ਸਮਾਂ ਵੀ ਬਹੁਤ ਹੋ ਗਿਆ। ਪਰ ਫਿਰ ਵੀ ਮੈਂ ਕਿਸੇ ਤਰ੍ਹਾਂ ਘਰਦਿਆਂ ਨੂੰ ਮਨਾਇਆ ਅਤੇ ਆਖਰੀ ਵਾਰ 6 ਮਹੀਨੇ ਦਾ ਟਾਈਮ ਲਿਆ। ਮੈਂ ਇਸ ਵਾਰ ਸੂਰਤਗੜ੍ਹ ਨਹੀਂ ਗਿਆ, ਮੈਂ ਇਸ ਵਾਰੀ ਸੂਰਤਗੜ੍ਹ ਜਾਣ ਦੀ ਜਗ੍ਹਾ 'ਤੇ ਰਾਜਸਥਾਨ ਦੇ ਇੱਕ ਹੋਰ ਸ਼ਹਿਰ ਜੋ ਸਾਡੇ ਨੇੜੇ ਹੀ ਪੈਂਦਾ, ਗੰਗਾ ਨਗਰ ਗਿਆ। ਹੋਰ ਵੀ ਬਹੁਤ ਸਾਰੇ ਲੋਕ ਤਿਆਰੀ ਕਰ ਰਹੇ ਸੀ, ਤਾਂ ਮੈਂ ਆਪਣੇ ਕਜ਼ਨ ਸੁਨੀਲ ਕੰਬੋਜ ਨੂੰ ਇਸ ਵਾਰੀ ਨਾਲ ਲਿਆ ਅਤੇ ਅਸੀਂ ਗੰਗਾ ਨਗਰ ਜਾ ਕੇ ਰਹਿਣ ਲੱਗੇ। ਇਸ ਵਾਰੀ ਅਸੀਂ ਕੋਈ ਕੋਚਿੰਗ ਨਹੀਂ ਜੁਆਇਨ ਕੀਤੀ, ਮੈਂ ਸਿਰਫ ਆਪਣੇ 'ਤੇ ਧਿਆਨ ਦਿੱਤਾ, ਸੈਲਫ ਅਨਾਲਿਸਿਸ ਕੀਤਾ ਕਿ ਮੈਂ ਪੜ੍ਹਿਆ ਤਾਂ ਬਹੁਤ ਜ਼ਿਆਦਾ, ਪਰ ਮੇਰਾ ਸਿਲੈਕਸ਼ਨ ਕਿਉਂ ਨਹੀਂ ਹੋ ਰਿਹਾ। ਅਸੀਂ ਲਗਾਤਾਰ ਉੱਥੇ ਸਾਰਾ ਦਿਨ ਪੜ੍ਹਦੇ, 18 ਘੰਟੇ ਆਪਣੀ ਪੜ੍ਹਾਈ ਜਾਰੀ ਰੱਖਦੇ। ਤਾਂ ਜਿੱਦਾਂ ਅਸੀਂ ਰਾਜਸਥਾਨ ਦੇ ਗੰਗਾ ਨਗਰ ਸ਼ਹਿਰ ਵਿੱਚ ਰਹਿ ਰਹੇ ਸੀ,
ਅਸੀਂ ਇੱਕ ਪੀਜੀ ਵਿੱਚ ਰਹਿੰਦੇ ਸੀ ਜਿੱਥੇ ਲਗਭਗ 50-55 ਮੁੰਡੇ ਹੋਰ ਵੀ ਰਹਿੰਦੇ ਸੀ। ਅਸੀਂ ਪੀਜੀ ਦੇ ਸੈਕਿੰਡ ਫਲੋਰ ਤੇ ਰਹਿੰਦੇ ਸੀ। ਕਈ ਦਿਨ ਅਸੀਂ ਥੱਲੇ ਨਹੀਂ ਉਤਰਦੇ ਸੀ। ਸਾਡੇ ਕਮਰੇ ਦੇ ਸਾਹਮਣੇ ਹੀ ਰਸੋਈ ਸੀ, ਨਾਲ ਵਾਸ਼ਰੂਮ ਸੀ, ਉੱਥੋਂ ਹੀ ਖਾਣਾ ਪੀਣਾ, ਆਪਣਾ ਉੱਪਰ ਹੀ ਰਹਿਣਾ ਤੇ ਕਮਰੇ ਵਿੱਚ ਕੂਲਰ ਚਲਾ ਲੈਣਾ ਤੇ ਬੰਦ ਕਰਕੇ ਪੜ੍ਹਦੇ ਰਹਿਣਾ। ਤੇ ਕੁਝ ਦਿਨਾਂ ਬਾਅਦ ਪੀਜੀ ਦਾ ਮਾਲਕ ਆਇਆ, ਉਹਨੇ ਸਾਡਾ ਗੇਟ ਖੜਕਾਇਆ। ਉਹਨੇ ਗੇਟ ਖੜਕਾਇਆ, ਕਹਿੰਦਾ ਮੈਂ ਤੁਹਾਡੇ ਰੂਮ ਦੀ ਤਲਾਸ਼ੀ ਲੈਣੀ ਹੈ। ਅਸੀਂ ਕਿਹਾ ਕੀ ਗੱਲ ਹੋ ਗਈ ਬਾਈ ਜੀ? ਉਹ ਕਹਿੰਦੇ ਵੀ ਮੈਨੂੰ ਤੁਹਾਡੇ ਤੇ ਸ਼ੱਕ ਹੈ, ਤੁਸੀਂ ਕਈ ਦਿਨ ਥੱਲੇ ਨਹੀਂ ਉਤਰਦੇ, ਸਾਰਾ ਦਿਨ ਕਮਰਾ ਬੰਦ ਰੱਖਦੇ ਹੋ, ਵੀ ਕਿਹੜਾ ਨਸ਼ਾ ਕਰਦੇ ਹੋ? ਤੁਸੀਂ ਪੰਜਾਬ ਤੋਂ ਆਏ ਹੋ ਤੇ ਮੈਂ ਦੇਖਿਆ ਵੀ ਪੰਜਾਬੀ ਆਮ ਤੌਰ ਤੇ ਨਸ਼ਾ ਕਰਦੇ ਹੁੰਦੇ ਹੋ, ਤੇ ਮੈਂ ਤੁਹਾਡੇ ਕਮਰੇ ਦੀ ਤਲਾਸ਼ੀ ਲੈਣੀ ਹੈ। ਮੇਰੇ ਮਨ ਨੂੰ ਬੜਾ ਦੁੱਖ ਜਿਹਾ ਲੱਗਿਆ ਵੀ ਆਪਣੀ ਇਮੇਜ ਇਸ ਤਰ੍ਹਾਂ ਦੀ ਹੈ ਵੀ ਸਾਰੇ ਪੰਜਾਬੀ ਜ਼ਰੂਰੀ ਹੈ ਵੀ ਨਸ਼ਾ ਹੀ ਕਰਦੇ ਹੋਣਗੇ। ਤਾਂ ਉਹਨੇ ਸਾਡੇ ਕਮਰੇ ਦੀ ਤਲਾਸ਼ੀ ਲਈ ਤੇ ਉਹਨੂੰ ਮਿਲਣਾ ਤਾਂ ਕੀ ਸੀਗਾ, ਉਹਨੇ ਵੀ ਐਪਰੀਸ਼ੀਏਟ ਕੀਤਾ। ਉਹ ਕਹਿੰਦਾ ਵੀ ਮੈਂ ਵੀ ਚੰਡੀਗੜ੍ਹ ਰਹਿ ਕੇ ਆਇਆ ਸੀ ਪਹਿਲਾਂ, ਤੇ 6 ਵਜੇ ਤੋਂ ਬਾਅਦ ਤਾਂ ਹੋਸਟਲਾਂ 'ਚ ਗਾਣੇ ਵੱਜਣ ਲੱਗ ਜਾਂਦੇ ਸੀ ਤੇ ਧੂੰਆਂ ਹੀ ਨਿਕਲਦਾ ਸੀ, ਤੇ ਪੜ੍ਹਨ ਵਾਲੇ ਤਾਂ ਪੰਜਾਬੀ ਮੈਂ ਪਹਿਲੀ ਵਾਰੀ ਦੇਖੇ ਹੈ। ਤਾਂ ਇਸ ਤਰ੍ਹਾਂ ਫਿਰ ਮੈਂ ਖੁਦ ਨੂੰ ਸੈਲਫ ਅਨਾਲਿਸਿਸ ਉੱਤੇ ਕਰਨਾ ਸ਼ੁਰੂ ਕੀਤਾ। ਜੋਸ਼ ਟਾਕ ਤੇ ਬਹੁਤ ਸਾਰੇ ਟੋਪਰ ਦੇ ਮੈਂ ਟੋਕਸ ਸੁਣੇ, ਤਾਂ ਮੈਨੂੰ ਪਤਾ ਲੱਗਿਆ ਕਿ ਮੈਂ ਪੜ੍ਹਾਈ ਤਾਂ ਬਹੁਤ ਕੀਤੀ ਹੈ, ਪਰ ਸਫਲ ਨਾ ਹੋਣ ਦਾ ਇੱਕ ਕਾਰਨ ਕਿਤੇ ਨਾ ਕਿਤੇ ਇਹ ਹੈ ਕਿ ਮੈਂ ਪ੍ਰੈਕਟਿਸ ਨਹੀਂ ਕੀਤੀ। ਤਾਂ ਫਿਰ ਪ੍ਰੈਕਟਿਸ ਲਈ ਮੈਂ ਬਹੁਤ ਸਾਰੇ ਮੌਕ ਟੈਸਟ ਲਾਉਣੇ ਸ਼ੁਰੂ ਕੀਤੇ, ਅਲੱਗ-ਅਲੱਗ ਔਨਲਾਈਨ ਆਫਲਾਈਨ ਬਹੁਤ ਸਾਰੇ ਕੋਚਿੰਗ ਸੈਂਟਰਾਂ ਦੇ ਮੌਕ ਟੈਸਟ ਪਰਚੇਜ਼ ਕੀਤੇ ਤੇ ਉਹ ਲਾਉਣੇ ਸ਼ੁਰੂ ਕੀਤੇ। ਹੌਲੀ ਮੇਰੀ ਸਪੀਡ ਵੱਧਦੀ ਗਈ, ਮੇਰੀ ਵਧੀਆ ਟਾਈਮਿੰਗ ਬਣਨ ਲੱਗ ਗਈ। ਮੈਨੂੰ ਆਪਣੇ ਆਪ 'ਤੇ ਵਿਸ਼ਵਾਸ ਹੋ ਗਿਆ ਕਿ ਹੁਣ ਕੋਈ ਵੀ ਐਗਜ਼ਾਮ ਆ ਜਾਏ ਮੈਂ ਜ਼ਰੂਰ ਪਾਸ ਕਰ ਲਾਂਗਾ। ਤਾਂ ਸਭ ਤੋਂ ਪਹਿਲਾ ਜੋ ਐਗਜ਼ਾਮ ਹੋਇਆ ਪੰਜਾਬ ਪਟਵਾਰੀ ਦਾ ਐਗਜ਼ਾਮ, ਜੋ ਕਿ ਪੰਜਾਬ ਵਿੱਚੋਂ ਲਗਭਗ 2.5 ਲੱਖ ਲੋਕਾਂ ਨੇ ਦਿੱਤਾ। ਤੇ ਲੋਕਾਂ ਨੇ ਆ ਕੇ ਜਦੋਂ ਐਗਜ਼ਾਮ ਦਾ ਰਿਵਿਊ ਕੀਤਾ ਤਾਂ ਉਹਨਾਂ ਨੇ ਇੱਦਾਂ ਕਿਹਾ ਕਿ ਬਹੁਤ ਜ਼ਿਆਦਾ ਲੈਂਥੀ ਐਗਜ਼ਾਮ ਸੀ, ਸਾਡੇ ਤੋਂ ਤਾਂ ਪੂਰਾ ਨਹੀਂ ਹੋਇਆ। ਪਰ ਉਹ ਐਗਜ਼ਾਮ 2 ਘੰਟੇ ਦਾ ਐਗਜ਼ਾਮ ਮੈਂ ਲਗਭਗ 1.5 ਘੰਟੇ ਦੇ ਵਿੱਚ ਹੀ ਕੰਪਲੀਟ ਕਰ ਲਿਆ ਸੀ। ਤੇ ਜਦੋਂ ਉਹਦਾ ਰਿਜ਼ਲਟ ਆਇਆ ਤਾਂ ਮੈਂ ਖੁਦ ਵੀ ਹੈਰਾਨ ਸੀ ਕਿ 2.5 ਲੱਖ ਲੋਕਾਂ ਦੇ ਵਿੱਚੋਂ ਟੋਪ 100 ਦੇ ਵਿੱਚ ਮੇਰਾ ਨਾਂ ਸੀ। ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਹੁਣ ਮਿਹਨਤ ਦਾ ਫਲ ਮੈਨੂੰ ਮਿਲ ਗਿਆ। ਤੇ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਜਿੰਨੇ ਵੀ ਐਗਜ਼ਾਮ ਹੋਏ, ਪੁਲਿਸ ਦੇ, ਜੇਲ੍ਹ ਵਾਰਡਨ ਦੇ, ਸੈਂਟਰ ਗੌਰਮੈਂਟ ਦੇ, SSC, ਰੇਲਵੇ, NTPC, ਸਾਰੇ ਦੇ ਸਾਰੇ ਹੀ ਇੱਕ ਤੋਂ ਬਾਅਦ ਇੱਕ ਮੈਂ ਕਲੀਅਰ ਕੀਤੇ। ਤੇ ਇਸ ਟਾਈਮ ਮੈਂ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਜਲੰਧਰ ਵਿੱਚ ਐਜ਼ ਏ CDO ਜੋਬ ਕਰ ਰਿਹਾ। ਤਾਂ ਮੈਨੂੰ ਉਮੀਦ ਹੈ ਕਿ ਮੇਰੀ ਇਹ ਸਟੋਰੀ ਤੋਂ ਤੁਹਾਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲੀ ਹੋਏਗੀ। ਅੰਤ ਵਿੱਚ ਮੈਂ ਆਪਣੇ ਦਰਸ਼ਕਾਂ ਨੂੰ ਸੁਨੇਹਾ ਦੇਣਾ ਚਾਹਾਂਗਾ ਕਿ ਮੇਰੀ ਸਟੋਰੀ ਤੋਂ ਤੁਹਾਨੂੰ ਕੁਛ ਨਾ ਕੁਛ ਸੇਧ ਜ਼ਰੂਰ ਮਿਲੀ ਹੋਏਗੀ, ਜੋ ਵੀ ਇਸ ਲਾਈਨ ਵਿੱਚ ਆਉਣਾ ਚਾਹੁੰਦੇ ਹੈ। ਤਾਂ ਮੈਂ ਆਪਣੇ ਨੌਜਵਾਨ ਸਾਥੀਆਂ ਨੂੰ ਇਹ ਸੰਦੇਸ਼ ਵੀ ਦੇਣਾ ਚਾਹਾਂਗਾ ਕਿ ਕਦੇ ਹਾਰ ਨਹੀਂ ਮੰਨਣੀ। ਕਈ ਵਾਰੀ ਤੁਹਾਨੂੰ ਅਸਫਲਤਾਵਾਂ ਦਾ ਸਾਹਮਣਾ ਕਰਨਾ ਪਏਗਾ, ਕਈ ਵਾਰੀ ਜ਼ਿੰਦਗੀ ਤੁਹਾਡੇ ਮੱਥੇ ਵਿੱਚ ਨਾਕਾਮਯਾਬੀ ਦੀ ਇੱਟ ਮਾਰੇਗੀ, ਪਰ ਫਿਰ ਵੀ ਹੌਸਲਾ ਨਾ ਛੱਡੋ। ਇੱਕ ਦਿਨ ਤੁਸੀਂ ਆਪਣੇ ਆਪ 'ਤੇ ਪ੍ਰਾਊਡ ਫੀਲ ਕਰੋਗੇ ਕਿ ਸ਼ਾਬਾਸ਼, ਤੂੰ ਕਦੇ ਹਾਰ ਨਹੀਂ ਮੰਨੀ। ਧੰਨਵਾਦ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ। ਜੋਸ਼ ਟਾਕਸ ਹੁਣ Spotify ਐਕਸਕਲੂਸਿਵ ਪੋਡਕਾਸਟ ਹੈ, ਜਿਹਦੇ ਨਾਲ ਜੋਸ਼ ਟਾਕਸ ਦੀਆਂ ਸਾਰੀਆਂ ਕਹਾਣੀਆਂ ਆਡੀਓ ਫਾਰਮੈਟ 'ਚ ਵੀ ਉਪਲਬਧ ਹੋਣਗੀਆਂ ਸਿਰਫ ਤੇ ਸਿਰਫ Spotify ਤੇ ਹਾਂ, ਜੇ ਇਹ ਵੀਡੀਓ ਚੰਗੀ ਲੱਗੀ ਤਾਂ ਜੋਸ਼ ਟਾਕਸ ਪੋਡਕਾਸਟ ਨੂੰ ਤੁਸੀਂ Spotify ਤੇ ਫੋਲੋ ਕਰ ਸਕਦੇ ਹੋ ਐਂਡ ਸੁਣ ਸਕਦੇ ਹੋ ਇਹ ਜਿਹੀਆਂ ਹੋਰ ਬਹੁਤ ਸਾਰੀਆਂ ਇੰਸਪਾਇਰਿੰਗ ਕਹਾਣੀਆਂ ਸਿਰਫ Spotify ਤੇ।